ਵਾਹਿਗੁਰੂ ਸਾਹਿਬ ਜੀ। ਆਇਓ ਸੁਨਨ ਪੜਨ ਕੋ ਬਾਣੀ, ਨਾਮ ਵਿਸਾਰ ਲਗੈ ਅਨ ਲਾਲਚ, ਬਿਰਥਾ ਜਨਮ ਪਰਾਣੀ। ਹਰ ਗੁਣ ਪੜੀਐ ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ। ਮਿਲ ਸਤ ਸੰਗਤ ਹਰ ਗੁਣ ਗਾਏ, ਮਿਲ ਸਤ ਸੰਗਤ ਹਰ ਗੁਣ ਗਾਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਦੋਹਿਆ ਸ੍ਰੀ ਗੁਰ ਅਮਰਪਤੀਜ ਕੋ, ਸਾਵਣ ਮਲ ਜਿਸ ਨਾਮ। ਨੰਦ ਚੰਦ ਮਲ ਤਾਹੇ ਕੋ, ਸੁਣ ਕੈ ਗੁਰ ਸਦ ਧਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਮੇਰੀ ਅਤੇ ਪੀਰੀ ਦੇ ਮਾਲਕ ਜੀ ਨੇ ਸਾਡੇ ਤੇ ਤਰਸ ਕਰਕੇ ਸਾਨੂੰ ਸਾਧ ਸੰਗਤ ਬਖਸ਼ੀ ਆ। ਲੜੀਵਾਰ ਆਪਾਂ ਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਸਰਵਣ ਕਰ ਰਹੇ ਹਾਂ। ਕੱਲ ਦੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ, ਜਦੋਂ ਗੁਰੂ ਜੀ ਆਪਣੀ ਪੁੱਤਰੀ ਦਾ ਵਿਵਾਹ ਆਨੰਦ ਕਾਰਜ ਕਰਕੇ ਪਹੁੰਚੇ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕੀਤਾ। ਬਾਬਾ ਸੁੰਦਰ ਜੀ ਆਏ, ਉਹਨਾਂ ਦੇ ਮਾਤਾ ਜੀ, ਉਹਨਾਂ ਦੀ ਪਤਨੀ ਚੱਲ ਕੇ ਆਈਆਂ। ਗੁਰੂ ਜੀ ਨੂੰ ਆ ਕੇ ਆਖਿਆ, ਗੁਰੂ ਜੀ ਸਾਡੇ ਘਰ ਵਿੱਚ ਚੱਲੋ ਤੁਸੀਂ। ਸਤਿਗੁਰੂ ਕਹਿੰਦੇ ਸਾਡੇ ਨਾਲ ਬਹੁਤ ਸਾਰੇ ਯੋਧੇ ਨੇ, ਸੂਰਮੇ ਨੇ, ਅਸੀਂ ਉਹਨਾਂ ਨੂੰ ਇਕੱਲਿਆਂ ਨੂੰ ਇੱਥੇ ਨਹੀਂ ਛੱਡ ਸਕਦੇ। ਤਾਂ ਫਿਰ ਕਹਿਣ ਲੱਗੇ, ਮਾਤਾ ਜੀ ਕਿਵੇਂ ਕਰੋ, ਆਪਣੇ ਪਰਿਵਾਰ ਨੂੰ, ਆਪਣੇ ਮਹਿਲਾਂ ਨੂੰ ਤੇ ਆਪਣੇ ਸਾਹਿਬਜ਼ਾਦਿਆਂ ਨੂੰ ਨਾਲ ਭੇਜ ਦਿਓ ਸਾਡੇ, ਉਹਨਾਂ ਨੂੰ ਅਸੀਂ ਲੈ ਕੇ ਜਾਣਾ ਚਾਹੁੰਦੇ ਹਾਂ। ਗੁਰੂ ਜੀ ਨੇ ਆਗਿਆ ਦਿੱਤੀ ਆ। ਇਸ ਪ੍ਰਕਾਰ ਫਿਰ ਘਰ ਵਿੱਚ ਗਏ ਹਨ ਮਾਤਾ ਦਮੋਦਰੀ, ਮਾਤਾ ਮਹਾਦੇਵੀ, ਮਾਤਾ ਨਾਨਕੀ ਜੀ। ਬਾਬਾ ਸੁੰਦਰ ਜੀ ਦੀ ਪਤਨੀ ਤੇ ਉਹਨਾਂ ਦੇ ਮਾਤਾ ਜੀ ਨੇ ਸੋਹਣੇ ਗਲੀਚੇ ਵਿਛਾਏ, ਮਿੱਠੇ ਪਕਵਾਨ ਛਕਾਏ ਤੇ ਸਾਰੀ ਵਾਰਤਾ ਰਾਤ ਨੂੰ ਸੁਣੀ ਆ। ਫਿਰ ਕਿਵੇਂ ਕਿਵੇਂ ਜੰਗ ਹੋਇਆ, ਕਿਵੇਂ ਕਿਵੇਂ ਬੀਬੀ ਵੀਰੋ ਜੀ ਦਾ ਵਿਆਹ ਹੋਇਆ। ਆਖਿਆ ਸਾਨੂੰ ਕਿਉਂ ਨਹੀਂ ਬੁਲਾਇਆ ਤੁਸੀਂ ਵਿਆਹ ਉੱਪਰ। ਤਾਂ ਮਾਤਾ ਦਮੋਦਰੀ ਜੀ ਨੇ ਸਾਰੀ ਵਾਰਤਾ ਦੱਸ ਦਿੱਤੀ ਕਿ ਆਨੰਦ ਕਾਰਜ ਅੰਮ੍ਰਿਤਸਰ ਹੋਣੇ ਸੀ, ਜੰਗ ਕਰਕੇ ਨਹੀਂ ਹੋ ਸਕੇ, ਝਬਾਲ ਦੇ ਵਿੱਚ ਹੋਏ, ਪਿੰਡ ਝਬਾਲ ਦੇ ਵਿੱਚ, ਇਸ ਕਰਕੇ ਤੁਹਾਨੂੰ ਨਹੀਂ ਬੁਲਾਇਆ ਸਮੇਂ ਨੂੰ ਦੇਖ ਕੇ। ਇਹ ਵਾਲਾ ਪ੍ਰਸੰਗ ਤੁਸੀਂ ਕੱਲ੍ਹ ਗੁਰਸਿੱਖ ਪਿਆਰਿਓ ਸਰਵਣ ਕੀਤਾ ਸੀ। ਗੁਰੂ ਕਿਰਪਾ ਦੁਆਰਾ ਆਓ ਅੱਗੇ ਹੁਣ
ਗੋਇੰਦਵਾਲ ਸਾਹਿਬ ਦੇ ਵਿੱਚ ਹੁਣ ਮਹਾਰਾਜ ਜੀ ਆ ਚੁੱਕੇ ਨੇ। ਹੁਣ ਜਿਹੜੇ ਜਿਹੜੇ ਉੱਥੇ ਅਸਥਾਨ ਹਨ ਆਸੇ-ਪਾਸੇ ਵੀ, ਉਹਨਾਂ ਦੇ ਗੁਰੂ ਨੇ ਦਰਸ਼ਨ ਕਰਨੇ ਹਨ। ਅੱਜ ਗੁਰੂ ਜੀ ਕਿਵੇਂ ਦਰਸ਼ਨ ਕਰਦੇ ਨੇ ਪਿਆਰ ਦੇ ਨਾਲ ਧਾਰਮਿਕ ਸਥਾਨਾਂ ਦੇ। ਆਓ ਹੁਣ ਆਪਾਂ ਮਨ ਨੂੰ ਕਰੀਏ ਇਕਾਗਰ, ਚਿੱਤ ਨੂੰ ਟਿਕਾਈਏ ਗੁਰੂ ਦੇ ਪਿਆਰ ਵਿੱਚ। ਐਸੇ ਸਾਹਿਬ ਜੀ ਮੀਰੀ ਅਤੇ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਸਰਵਣ ਕਰੀਏ ਜੀ। ਦੋਹੇਰਾ ਸ੍ਰੀ ਗੁਰ ਅਮਰਪਤੀਜ ਕੋ ਸਾਵਣ ਮਲ ਜਿਸ ਨਾਮ। ਕਵੀ ਜੀ ਕਹਿੰਦੇ ਨੇ, ਕਹਿੰਦੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ ਜਿਨ੍ਹਾਂ ਦਾ ਨਾਮ ਸੀ ਸਾਵਣ ਮੱਲ। ਇਸ ਕਰਕੇ ਗੁਰੂ ਮਹਾਰਾਜ ਜੀ ਨੇ ਇਹਨਾਂ ਨਾਲ ਬਹੁਤ ਪਿਆਰ ਕੀਤਾ। ਸਾਵਣ ਮੱਲ ਵੀ ਗੁਰੂ ਜੀ ਦਾ ਬੜਾ ਸਤਿਕਾਰ ਕਰਦੇ ਸਨ। ਨੰਦ ਚੰਦ ਮਲ ਤਾਹੇ ਕੋ ਸੁਣ ਕੇ ਗੁਰ ਸੁਧ ਧਾਮ। ਇਹਨਾਂ ਦਾ ਇੱਕ ਪੁੱਤਰ ਸੀ ਸਾਵਣ ਮੱਲ ਜੀ ਦਾ, ਜਿਨ੍ਹਾਂ ਦਾ ਨਾਮ ਸੀ ਚੰਦ ਮੱਲ। ਜਦੋਂ ਉਹਨੂੰ ਪਤਾ ਲੱਗਾ ਨਾ ਗੁਰੂ ਜੀ ਅੱਜ ਮੇਰੇ ਘਰੇ ਆਏ ਨੇ, ਗੁਰੂ ਜੀ ਦੇ ਆਉਣ ਦੀ ਖਬਰ ਮਿਲੀ ਹੈ। ਚੌਪਈ ਤਤ ਸਿਨ ਸਤਿਗੁਰ ਕੇ ਟਿਗ ਆਇਓ, ਧਰ ਪ੍ਰਸਾਦ ਕੋ ਸੀਸ ਨਵਾਇਓ। ਉਹ ਫਿਰ ਤੁਰੰਤ ਨਾ ਸਤਿਗੁਰੂ ਜੀ ਦੇ ਪਾਸ ਆਇਆ, ਚੱਲ ਕੇ ਪ੍ਰਸ਼ਾਦ ਲੈ ਕੇ ਆਇਆ, ਅੱਗੇ ਰੱਖ ਦਿੱਤਾ ਤੇ ਸੀਸ ਝੁਕਾਇਆ। ਸਾਦਰ ਨਿਕਟ ਬਠਾ ਬਣ ਕੀਨਾ, ਕੁਸਲ ਪ੍ਰਸੰਨ ਕੈ ਸੁਣ ਸੁਖ ਲੀਨਾ। ਗੁਰੂ ਜੀ ਨੇ ਬੜੇ ਆਦਰ ਦੇ ਨਾਲ ਚੰਦ ਮੱਲ ਨੂੰ ਕੋਲ ਬਿਠਾਇਆ ਹੈ। ਸਤਿਗੁਰ ਨੇ ਉਹ ਤੋਂ ਸੁੱਖ ਸਾਂਦ ਪੁੱਛੀ ਆ। ਫਿਰ ਉਹਨੇ ਵੀ ਗੁਰੂ ਮਹਾਰਾਜ ਜੀ ਤੋਂ ਪਰਿਵਾਰ ਦੀ ਖੈਰੀਅਤ ਬਾਰੇ ਪੁੱਛਿਆ ਹੈ। ਸੋਪਕਾਰ ਤਿਸ ਸਿਨ ਮੈਂ ਆਵਾ, ਅਸਨ ਤਿਆਰ ਸਭ ਬਾਤ ਸੁਣਾਵਾ। ਉਸ ਵੇਲੇ ਰਸੋਈਆ ਆ ਗਿਆ, ਕਹਿਣ ਲੱਗਾ ਮਹਾਰਾਜ ਜੀ ਭੋਜਨ ਤਿਆਰ ਹੈ, ਆਪ ਜੀ ਛਕ ਲਵੋ। ਹੁਣ ਲੈ ਆਵੋ ਤਬ ਗੁਰੂ ਬਖਾਨਾ, ਗੈ ਦਾਸ ਲੈ ਥਾਰ ਮੁਹਾਨਾ। ਗੁਰੂ ਮਹਾਰਾਜ ਨੇ ਬਚਨ ਕੀਤਾ ਕਿ ਲੈ ਆਵੋ ਭੋਜਨ ਪ੍ਰਸ਼ਾਦਾ। ਫਿਰ ਸੇਵਕ ਜਿਹੜੇ ਨੇ ਬਹੁਤ ਥਾਲ ਲੈ ਕੇ ਗਏ ਹਨ। ਸਵਾਗਤ ਅਸਣ ਪਰੋਸ਼ਣ ਕਰਿਓ, ਚੌਕੀ ਉਪਰ ਲਿਆਏ ਸੋ ਧਰਿਓ। ਫਿਰ ਉਹ ਸਵਾਦੀ ਭੋਜਨ ਪਰੋਸਿਆ ਗਿਆ, ਚੌਂਕੀ ਉੱਪਰ ਲਿਆ ਕੇ ਰੱਖ ਦਿੱਤਾ ਹੈ। ਦੋਏ ਥਾਰ ਕਹਿ ਔਰ ਅਨਾਏ, ਸੁੰਦਰ ਸਤਸਮਲ ਅਗਰ ਤਰਾਏ। ਇਵੇਂ ਦੋ ਥਾਲ ਕਹਿ ਕੇ ਪਾਤਸ਼ਾਹ ਜੀ ਨੇ ਹੋਰ ਮੰਗਵਾਏ ਨੇ। ਬਾਬਾ ਸੁੰਦਰ ਜੀ ਤੇ ਚੰਦ ਮੱਲ ਜੀ ਦੇ ਅੱਗੇ ਰੱਖ ਦਿੱਤੇ ਹਨ। ਅਪਰ ਸਭ ਪਿੰਨ ਕੋ ਤਬ ਵਰਤਾਇਓ, ਲੀਨ ਜਥਾਰ ਤ੍ਰਿਪਤੈ ਖਾਇਓ। ਫਿਰ ਸਭ ਨੂੰ ਭੋਜਨ ਵਰਤਾਇਆ ਪਿਆਰ ਦੇ ਨਾਲ। ਸਾਰਿਆਂ ਨੇ ਤ੍ਰਿਪਤ ਹੋ ਕੇ ਬਹੁਤ ਪ੍ਰੇਮ ਦੇ ਨਾਲ ਭੋਜਨ ਛਕਿਆ। ਲੈ ਜਲ ਹਾਥ ਪਖਾਰਨ ਕਰੀ, ਅਨਕ ਬਚਨ ਕਰ ਔਰ ਮੁਦ ਭਰੈ। ਜਲ ਲੈ ਕੇ ਫਿਰ ਹੱਥ ਧੋਤੇ ਨੇ, ਅਨੇਕਾਂ ਪ੍ਰਕਾਰ ਦੇ ਬਚਨ ਗੁਰੂ ਜੀ ਦੇ ਨਾਲ ਕਰਕੇ ਚੰਦ ਮੱਲ ਜੀ ਅੱਜ ਬਹੁਤ ਪ੍ਰਸੰਨ ਹੋਏ ਹਨ। ਚੰਦ ਮੱਲ ਕੋ ਗੁਰੂ ਸਹਾਇਓ, ਸੁੰਦਰ ਸਹਿਤ ਦਰਸ ਬਹੁ ਚਾਹਿਓ। ਚੰਦ ਮੱਲ ਜੀ ਦੀ ਗੁਰੂ ਜੀ ਨੇ ਬਹੁਤ ਸ਼ਲਾਘਾ ਕੀਤੀ, ਬੜੀ ਉਸਤਤ ਕੀਤੀ ਆ। ਬਾਬਾ ਸੁੰਦਰ ਸਹਿਤ ਦੋਵੇਂ ਹੀ ਹੁਣ ਗੁਰੂ ਜੀ ਦੇ ਨਾਲ ਹੀ ਦਿਨ ਬਿਤਾਉਣਾ ਚਾਹੁੰਦੇ ਹਨ। ਪਟੇ ਨਿਸਾ ਬੀਤੀ ਕਰ ਜਾਵੋ, ਕਰ ਵਿਸਰਾਮ ਨੀਂਦ ਸੁਖ ਪਾਵੋ। ਇਵੇਂ ਜਦੋਂ ਰਾਤ ਬੀਤ ਗਈ ਹੈ ਨਾ, ਤਾਂ ਗੁਰੂ ਮਹਾਰਾਜ ਜੀ ਕਹਿੰਦੇ ਹੁਣ ਘਰੇ ਜਾਵੋ, ਵਿਸ਼ਰਾਮ ਕਰੋ ਤੇ ਸੌਂ ਕੇ ਸੁਖ ਪਾਉਣਾ ਕਰੋ ਜੀ। ਹਾਥ ਜੋਰ ਤਬ ਦੋਨੋਂ ਕਹਿ, ਸਕਲ ਜਾਮਣੀ ਤੁਮ ਟਿਕ ਰਹਿ। ਬਾਬਾ ਸੁੰਦਰ ਜੀ ਤੇ ਭਾਈ ਚੰਦ ਮੱਲ ਜੀ ਹੱਥ ਜੋੜ ਕੇ ਕਹਿਣ ਲੱਗੇ ਹਨ, ਕਹਿੰਦੇ ਮਹਾਰਾਜ
ਸਾਰੀ ਰਾਤ ਤੁਹਾਡੇ ਕੋਲ ਰਹਿਣ ਨੂੰ ਚਿੱਤ ਕਰਦਾ ਸੀ, ਕਿਤੇ ਜਾਣਾ ਨਹੀਂ ਚਾਹੁੰਦੇ ਹਾਂ। ਜੈ ਕਾਲ ਤੇ ਮੇਲ ਹਮਾਰਾ, ਰਹਿ ਸਮੀਪ ਸੁਖ ਲਹਿ ਉਧਾਰਾ। ਕਹਿੰਦੇ ਬੜੇ ਚਿਰਾਂ ਦੇ ਪਿੱਛੋਂ ਸਾਡਾ ਮੇਲ ਹੋਇਆ ਹੈ, ਹੁਣ ਤਾਂ ਅਸੀਂ ਤੁਹਾਡੇ ਕੋਲ ਹੀ ਰਵਾਂਗੇ, ਬਹੁਤ ਸੁੱਖ ਪ੍ਰਾਪਤ ਕਰਨਾ ਹੈ। ਦੁਰਲਭ ਸੇਵ ਆਪ ਕੀ ਪਾਵਨ, ਨਿਸਮੈ ਕਰਤ ਰਹਿ ਹੋਏ ਪਾਵਨ। ਤੁਹਾਡੀ ਜਿਹੜੀ ਸੇਵਾ ਹੈ ਨਾ, ਕਰਮਾਂ ਦੇ ਨਾਲ ਮਿਲਦੀ ਮਹਾਰਾਜ। ਸਾਰੀ ਰਾਤ ਅਸੀਂ ਸੇਵਾ ਕਰਾਂਗੇ ਤੁਹਾਡੀ, ਤੇ ਪਾਕ ਹੋ ਜਾਵਾਂਗੇ, ਪਵਿੱਤਰ ਹੋ ਜਾਵਾਂਗੇ ਸੇਵਾ ਕਰਕੇ ਹੀ। ਤਬ ਸਨਮਾਨ ਦਹਨ ਕੋ ਦੀਨ, ਜੁਗ ਪਰਯੰਕ ਮਗਾਵਨ ਕੀਨ। ਫਿਰ ਗੁਰੂ ਮਹਾਰਾਜ ਨੇ ਦੋਹਾਂ ਨੂੰ ਬਣਦਾ ਸਨਮਾਨ ਦਿੱਤਾ ਹੈ। 2 ਪਲੰਗ ਉਹਨਾਂ ਦੇ ਵਾਸਤੇ ਵੀ ਮੰਗਵਾ ਲਏ। ਚੰਦ ਮਲ ਸੁੰਦਰ ਪੋਟਾਈ, ਸਭ ਸੰਗਤ ਸੋ ਗੁਰ ਫਰਮਾਏ। ਇੱਕ ਪਲੰਗ ਚੰਦ ਮਲ ਜੀ ਵਾਸਤੇ, ਇੱਕ ਪਲੰਗ ਫਿਰ ਬਾਬਾ ਸੁੰਦਰ ਜੀ ਵਾਸਤੇ ਮੰਗਵਾਇਆ। ਉਹ ਲੇਟ ਗਏ ਨੇ। ਫਿਰ ਗੁਰੂ ਜੀ ਨੇ ਬਾਕੀ ਸੰਗਤ ਨੂੰ ਸੰਬੋਧਨ ਹੋ ਕੇ ਕਿਹਾ, ਨਿਜ ਨਿਜ ਸਦਨ ਜਾਏ ਸੁਖ ਪਾਵੋ, ਪੈ ਪਰ ਭਾਤ ਬਹੁ ਸਭ ਆਵੋ। ਕਹਿੰਦੇ ਆਪਣੇ ਆਪਣੇ ਘਰਾਂ 'ਚ ਜਾਓ ਤੇ ਸੁੱਖ ਪਾਵੋ ਜੀ। ਜਦੋਂ ਸਵੇਰ ਹੋ ਜੂਗੀ ਮਹਾਰਾਜ ਕਹਿੰਦੇ ਉਦੋਂ ਆ ਜਾਣਾ, ਫਿਰ ਦਰਸ਼ਨ ਹੋਣਗੇ ਤੁਹਾਡੇ। ਮਾਨ ਹੁਕਮ ਸਭ ਗਵਨੇ ਤੁਹਾਨੂੰ, ਗੁਰ ਜਸ ਉਚਰਤ ਤਿਆਗ ਸਰਾਮੋ। ਐਵੇਂ ਗੁਰੂ ਜੀ ਦਾ ਹੁਕਮ ਮੰਨ ਕੇ ਸਾਰੀਆਂ ਸੰਗਤਾਂ ਬਾਕੀ ਜਿੰਨੀਆਂ ਵੀ ਆਈਆਂ ਸੀ ਨਾ, ਉਹ ਆਪਣੇ ਘਰਾਂ ਨੂੰ ਚਲੀਆਂ ਗਈਆਂ ਨੇ। ਤੇ ਇੱਧਰ 2 ਸਿੱਖ ਜਿਹੜੇ ਨੇ, ਚੰਦ ਮਲ ਤੇ ਬਾਬਾ ਸੁੰਦਰ ਜੀ, ਗੁਰੂ ਜੀ ਦਾ ਜਸ ਕਰ ਰਹੇ ਹਨ। ਵੱਡੇ ਭਯੰਕ ਪੌੜ ਗੁਰ ਗੈ, ਦੁਵੈ ਸਿੱਖ ਸੇਵਾ ਹਿਤ ਥਿਤ ਭੈ। ਵੱਡੇ ਪਲੰਗ ਤੇ 6ਵੇਂ ਪਾਤਸ਼ਾਹ ਜੀ ਬਿਰਾਜ ਗਏ ਨੇ, ਤੇ 2 ਸਿੱਖ ਜਿਹੜੇ ਨੇ ਇਹ ਬਹੁਤ ਪਿਆਰ ਵਾਲੇ, ਇਹ ਸੇਵਾ ਦੇ ਵਿੱਚ ਲੱਗ ਗਏ। ਫਿਰ ਮੌਨ ਕਰਤ ਇੱਕ ਬੀਜਨ ਸਾਥ, ਦਤਿਓ ਚਰਨ ਪਲੋਟਤ ਹਾਥ। ਇੱਕ ਸਿੱਖ ਨੇ ਤਾਂ ਪੱਖਾ ਝੱਲਣ ਦੀ ਸੇਵਾ ਕੀਤੀ ਆ, ਦੂਜੇ ਸਿੱਖ ਨੇ ਹੱਥਾਂ ਦੇ ਨਾਲ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਨੂੰ ਘੁੱਟਿਆ ਹੈ। ਜਾਪੀ ਕਰਤ ਪ੍ਰੇਮ ਤੇ ਸੋਈ, ਸ੍ਰੀ ਗੁਰੂ ਨਿੰਦਰਾ ਕੇ ਬਸ ਹੋਈ। ਦੋਨਾਂ ਹੀ ਬੜੇ ਪ੍ਰੇਮ ਦੇ ਨਾਲ ਗੁਰੂ ਦੀ ਸੇਵਾ ਕੀਤੀ ਆ। ਪੱਖਾ ਝੱਲਿਆ ਹੈ, ਪੱਖਾ ਫੇਰੀ, ਪਾਣੀ ਢੋਣਾ, ਜੋ ਦੇਵੈ ਸੋ ਖਾਈ। ਬੜੀ ਸੇਵਾ ਕੀਤੀ। ਫਿਰ ਗੁਰੂ ਜੀ ਨੀਂਦ ਦੇ ਵਸ ਵਿੱਚ ਹੋ ਗਏ। ਜਦੋਂ ਉਤੇ ਅਨੀਂਦੇ ਦਵਾਇ ਨ ਸਕੇਰੇ, ਸੁੰਦਰ ਚੰਦ ਮਲ ਤਬ ਕੇਰੇ ਰੇ। ਐਵੇਂ ਇਹਨਾਂ ਨੂੰ 2 ਰਾਤਾਂ ਦਾ ਉਹ ਨੀਂਦਰਾ ਸੀ। ਗੁਰੂ ਮਹਾਰਾਜ ਨੂੰ ਭਾਈ ਸੁੰਦਰ ਤੇ ਭਾਈ ਚੰਦਮਲ ਜੀ ਐਵੇਂ ਕਹਿ ਰਹੇ, ਇੱਕ ਦੂਜੇ ਵੱਲ ਵੇਖ ਕੇ, ਕਰੇ ਪਰਸ ਪਰ ਜੰਗ ਪਰ ਸੰਗ, ਸਰਮਤ ਅਹਿ ਤੁਰਕਣ ਗਨ ਭੰਗ। ਕਹਿੰਦੇ ਜਦੋਂ ਦੀ ਜੰਗ ਹੋਈ ਆ, ਉਦੋਂ ਦੇ ਮਹਾਰਾਜ ਨੇ ਨੀਂਦ ਨਹੀਂ ਲੈ ਕੇ ਦੇਖੀ। ਐਵੇਂ ਗੱਲਾਂ ਕਰਦੇ ਸੀ, ਕਹਿੰਦੇ ਬਹੁਤ ਤੁਰਕਾਂ ਨੂੰ ਇਹਨਾਂ ਨੇ ਮਾਰਿਆ। ਇਉਂ ਜਾਪਦਾ ਹੁਣ ਥੱਕ ਗਏ ਨੇ ਤੇ ਆਰਾਮ ਕਰਨਗੇ ਹੁਣ। ਕਰਿਓ ਮਹਾਬਲ ਕਹੀ ਹਜ਼ਾਰ, ਤੀਨ ਜਾਮਨ ਹੈ ਕੀਨ ਸੰਘਾਰ। ਬਾਬਾ ਸੁੰਦਰ ਜੀ ਕਹਿੰਦੇ ਗੁਰੂ ਜੀ ਬਹੁਤ ਵੱਡੇ ਯੋਧੇ ਨੇ, ਬਲੀ ਨੇ। ਕਈ ਹਜ਼ਾਰ ਤੁਰਕਾਂ ਨੂੰ ਇਹਨਾਂ ਨੇ 3 ਪਹਿਰਾਂ 'ਚ ਹੀ ਮਾਰ ਦਿੱਤਾ ਹੈ। ਕਹਿ ਤੋ ਗੁਰ ਤੇ ਸ਼ਾਂਤ ਸਰੂਪ, ਸਾਤਰ ਧਰੇ ਕਿਆ ਰੀਤ ਅਨੂਪ। ਕਹਿੰਦੇ ਸਾਰੇ ਗੁਰੂ ਸਾਹਿਬਾਨ ਸ਼ਾਂਤੀ ਸਰੂਪ ਵਾਲੇ ਸਨ ਪਹਿਲੇ, ਪਰ ਇਹਨਾਂ ਨੇ ਅਨੂਪਮ ਰੀਤੀ ਧਾਰਨ ਕੀਤੀ ਆ। ਇਹ ਵੀ ਬਹੁਤ ਸੁੰਦਰ ਹੈ, ਜਿਹੜੀ ਕ੍ਰਾਂਤੀ ਵਾਲੀ ਰੀਤੀ, ਸ਼ਾਸਤਰ ਧਾਰ ਕੇ। ਜਿਸ ਪ੍ਰਕਾਰ ਧਾਰੀ ਹਥਿਆਰ, ਤੈਸੀ ਕਰੀ ਤੁਰਕ ਸੰਘਾਰ। ਜਿਵੇਂ ਇਹਨਾਂ ਨੇ ਹਥਿਆਰ ਧਾਰਨ ਕੀਤੇ ਹਨ ਨਾ, ਉਹਨਾਂ ਨਾਲ ਹੀ ਤੁਰਕਾਂ ਦਾ ਨਾਸ ਹੋ ਸਕਣਾ ਸੀ। ਐਸੇ ਹੰਕਾਰੇ ਹੋਏ, ਐਸੇ ਇਖਲਾਕ ਤੋਂ ਡਿੱਗੇ ਹੋਏ ਤੁਰਕਾਂ ਨੂੰ ਇਹਨਾਂ ਨੇ ਮਾਰਿਆ ਹੈ। ਜਦੋਂ
जथा की दीद बल बल के साथ तथा रे पुण्य दखारे हाथ। ਵੱਡੀ ਡੀਲ ਡੌਲ ਵਾਲੇ ਮਾਲਕ ਜੀ ਨੇ ਬੈਰੀਆਂ ਨੂੰ ਜਦੋਂ ਹੱਥ ਦਿਖਾਏ ਤੇ ਉਹਨਾਂ ਨੂੰ ਭਾਜੜਾ ਪੈ ਗਈਆਂ ਹਨ। ਫਿਰ सफल करियो बल शास्त्र धर्म को जब ते अजग करियो रण गन को। ਇਵੇਂ ਬਲ ਤੇ ਸ਼ਾਸਤਰ ਧਾਰਨ ਕਰਕੇ ਗੁਰੂ ਜੀ ਨੇ ਜਿਹੜੇ ਸ਼ਾਸਤਰ ਕਦੇ ਧਾਰਨ ਕੀਤੇ ਸੀ ਦਿਖਾ ਦਿੱਤਾ ਕਿ ਦਿਖਾਵੇ ਲਈ ਨਹੀਂ, ਜਦੋਂ ਲੋੜ ਪਵੇਗੀ ਤੇ ਉਦੋਂ ਇਹਨਾਂ ਦਾ ਇਸਤੇਮਾਲ ਵੀ ਕਰਦੇ ਹਾਂ। ਤਾਂ ਸਭ ਤੋਂ ਵੱਡਾ ਯੁੱਧ ਇਹਨਾਂ ਨੇ ਅੱਜ ਕੀਤਾ ਹੈ। ਸੰਗ ਸੋ ਭਗਤ ਸਿੱਖ ਸੇਵਕ ਭਾਗੈ ਜੇ ਇਨਕੀ ਸੇਵਾ ਮੋਹ ਲਾਗੈ। ਕਹਿੰਦੇ ਵੱਡੇ ਭਾਗਾਂ ਵਾਲੇ ਨੇ ਉਹ ਸਿੱਖ ਸੂਰਬੀਰ ਯੋਧੇ ਜਿਨ੍ਹਾਂ ਨੇ ਗੁਰੂ ਜੀ ਦਾ ਸਾਥ ਦਿੱਤਾ, ਅੱਗੇ ਹੋ ਕੇ ਸ਼ਹੀਦੀ ਦਾ ਜਾਮ ਪੀਏ ਹਨ। ਮਰੇ ਜੰਗ ਤੇ ਸਵਰਗ ਸੁਧਾਏ ਜਿਤ ਸਾਥ ਹੈ ਸੇਵਕ ਮਾਏ। ਜਿਹੜੇ ਜੰਗ ਵਿੱਚ ਸ਼ਹੀਦੀ ਪਾ ਗਏ ਸੂਰਮੇ ਉਹ ਸਵਰਗਾਂ 'ਚ ਚਲੇ ਗਏ ਨੇ, ਜਿਹੜੇ ਜਿਉਂਦੇ ਨੇ ਉਹ ਗੁਰੂ ਦੀ ਜਿਉਂਦਿਆਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਇਹ ਦੋਨੋਂ ਸਿੱਖਨ ਦਸ ਦੇਖੋ ਕਰਤ ਸੇਵ ਕੋ ਪ੍ਰੇਮ ਬਸੇਕੋ। ਕਹਿੰਦੇ ਇਹਨਾਂ ਦੋਨਾਂ ਸਿੱਖਾਂ ਦੇ ਵੱਲ ਵੇਖੋ, ਬੜੇ ਪ੍ਰੇਮ ਦੇ ਨਾਲ ਸੇਵਾ ਕਰ ਰਹੇ ਨੇ ਬਾਬਾ ਸੁੰਦਰ ਤੇ ਚੰਦ ਮੱਲ ਜੀ। ਚੰਦ ਮੱਲ ਸੁਣੀਏ ਹਿਤ ਠਾਨ ਸੇਵਾ ਸਮਾਨ ਨਹੀਂ ਕਿਸ ਆਨ। ਬਾਬਾ ਸੁੰਦਰ ਜੀ ਕਹਿਣ ਲੱਗੇ, ਭਾਈ ਚੰਦ ਮੱਲ ਜੀ ਸੁਣੋ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ, ਸੇਵਾ ਦੇ ਬਰਾਬਰ ਹੋਰ ਨਹੀਂ ਕੁਝ ਮੈਨੂੰ ਲੱਗਦਾ ਹੈ। ਪਰਮ ਪਦਾਰਥ ਸੇਵਾ ਹੈ ਸੇਵਾ ਕਰੀ ਸਕਲ ਫਲ ਲਹਿ। ਕਹਿੰਦੇ ਸੇਵਾ ਕਰਕੇ ਸਾਰੇ ਫਲ ਗੁਰੂ ਤੋਂ ਮਿਲ ਜਾਂਦੇ ਨੇ, ਸੇਵਾ ਕਰਕੇ ਨਿਮਾਣਿਆਂ ਨੂੰ ਮਾਣ ਮਿਲਦਾ ਹੈ ਗੁਰੂ ਤੋਂ। ਸਰਬ ਗੁਰਨ ਸੇਵਾ ਕੋ ਚੀਨ ਨਿਜ ਪਦ ਉੱਚੇ ਸੇਵਕ ਦੀਨ। ਕਹਿੰਦੇ ਗੁਰੂ ਮਹਾਰਾਜ ਨੇ ਸੇਵਾ ਜਾਣ ਕੇ ਆਪਦੇ ਦਾਸਾਂ ਨੂੰ ਗੱਦੀ ਦਿੱਤੀ ਆ, ਪੁੱਤਰਾਂ ਨੂੰ ਛੱਡ ਦਿੱਤਾ, ਉੱਚੀ ਪਦਵੀ ਸੇਵਕਾਂ ਨੂੰ ਬਖਸ਼ੀ ਗੁਰੂ ਨਾਨਕ ਜੀ ਨੇ। ਹਮ ਤੇ ਨਹੀਂ ਅਬ ਸੇਵਕ ਰਾਵੈ ਜਿਸ ਸੇਵਾ ਤੇ ਸਭ ਕਸ ਪਾਵੈ। ਐਵੇਂ ਸਾਡੇ ਪਾਸੋਂ ਕਹਿੰਦੇ ਹੁਣ ਗੁਰੂ ਜੀ ਸੇਵਾ ਕਰਵਾ ਰਹੇ ਨੇ, ਅਸੀਂ ਕਰ ਰਹੇ ਹਾਂ। ਇਹ ਐਸੀ ਸੇਵਾ ਜਿਹਦੇ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਐਮ ਚਾਚਾ ਆਪਸ ਮੇ ਕਹੇ ਗੁਰੂ ਸਰੂਪ ਬਲੋਕਤ ਰਹੇ। ਐਵੇਂ ਆਪਸ ਵਿੱਚ ਚਰਚਾ ਕਰ ਰਹੇ ਨੇ, ਗੁਰੂ ਜੀ ਦੇ ਸਰੂਪ ਵੱਲ ਤੱਕ ਰਹੇ ਹਨ। ਨਾਲ ਹੀ ਰਹੀ ਜਾਮਨੀ ਜਾਮ ਸਭਾ ਜਬ ਸ੍ਰੀ ਹਰਿ ਗੋਬਿੰਦ ਨੀਜ ਤਜੀ ਤਬ। ਜਦੋਂ ਸਵਾ ਪਹਿਰ ਰਾਤ ਬੀਤ ਗਈ ਆ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਾਗੇ ਨੇ, ਨੀਂਦ ਉਹਨਾਂ ਤਿਆਗੀ ਹੈ। ਫਿਰ ਪ੍ਰਥਮ ਸੋਚ ਕਰ ਮੰਜਨ ਭੈ ਬਾਣੀ ਕੰਠ ਪਾਠ ਕੋ ਕੈ। ਸਾਹਿਬ ਜੀ ਨੇ ਪਹਿਲਾਂ ਇਸ਼ਨਾਨ ਕੀਤਾ, ਫਿਰ ਬਾਣੀ ਕੰਠ ਦਾ ਪਾਠ ਕੀਤਾ ਹੈ। ਇਤਨੇ ਬਿਖੇਰਨ ਵਾਪੀ ਆਏ ਆਸਾ ਬਾਰ ਰਾਗ ਜਤ ਗਾਏ। ਇੰਨੀ ਦੇਰ ਦੇ ਵਿੱਚ ਰਬਾਬੀ ਆਏ, ਉਹਨਾਂ ਆ ਕੇ ਆਸਾ ਦੀ ਵਾਰ ਦਾ ਕੀਰਤਨ ਆ ਕੇ ਆਰੰਭ ਕੀਤਾ ਹੈ। ਆਸ ਬਸਾਰ ਦੁਬਾਨ ਲਗਾਇਓ ਸ਼ਬਦ ਰਾਗ ਜਨ ਅਮੀ ਬਰਖਾਇਓ। ਦਰੀਆਂ ਗਲੀਚੇ ਵਿਛਾ ਕੇ ਦੀਵਾਨ ਲਾਇਆ ਹੈ, ਰਾਗਾਂ ਦੇ ਵਿੱਚ ਸੋਹਣੇ ਸੋਹਣੇ ਸ਼ਬਦ ਆਸਾ ਦੀ ਵਾਰ ਦੇ ਉਹਨਾਂ ਗਾਏ ਹਨ। ਜਬ ਕਾਸ਼ ਪਰ ਕਾਸੈ ਧਰਿਓ ਆਸਾ ਵਾਰ ਭੋਗ ਤਬ ਕਰਿਓ। ਬੜਾ ਮਨੋਹਰ ਕੀਰਤਨ ਕੀਤਾ। ਫਿਰ ਆਸਾ ਦੀ ਵਾਰ ਦੇ ਕੀਰਤਨ ਦੀ ਜਦੋਂ ਸਮਾਪਤੀ ਹੋ ਗਈ ਤਾਂ ਆਕਾਸ਼ ਦੇ ਵਿੱਚ ਪ੍ਰਕਾਸ਼ ਹੋ ਗਿਆ ਹੈ। ਗੋਜਤ ਸਭ ਹੂੰ ਸੀਸ ਨਵਾਇਓ ਉਦੋਂ ਤਰਨ ਤਬ ਤਿਮਰਨ ਸਾਇਓ। ਸੂਰਜ ਚੜਿਆ ਤੇ ਐਵੇਂ ਹਨੇਰਾ ਦੂਰ ਹੋ ਗਿਆ। ਸਾਰਿਆਂ ਨੇ ਗੁਰੂ ਜੀ ਨੂੰ ਆ ਕੇ ਸੀਸ ਝੁਕਾਇਆ। ਜਦੋਂ ਸ੍ਰੀ ਹਰਿ ਗੋਬਿੰਦ ਹੁਕਮ ਚਾਰਾ ਕਰੋ ਕੂਚ ਕੋ ਅਵੈ ਨਗਾਰਾ। ਫਿਰ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਹੁਕਮ ਉਚਾਰਨ ਕੀਤਾ, ਕਹਿੰਦੇ ਹੁਣ ਚਾਲੇ ਪਾਉਣੇ ਨੇ, ਕੂਚ ਦਾ ਨਗਾਰਾ ਵਜਾਵੋ। ਹੁਣ ਸੁਣ ਤਤ ਸਿਮਹੀ ਬੰਬ ਬਜਾਈ
ਭੈ ਸਮੰਦ ਸੂਰ ਸਮੁਦਾਈ। ਇਹ ਸੁਣ ਕੇ ਤੁਰੰਤ ਧੌਂਸੇ ਤੇ ਡੱਗੇ ਲਾਏ ਗਏ ਹਨ। ਸਾਰੇ ਯੋਧੇ ਤਿਆਰ ਬਰ ਤਿਆਰ ਹੋਣ ਲੱਗੇ। ਫਿਰ ਆਪ ਬਾਪ ਕਾ ਦਸ ਕੋ ਚਲੈ, ਸੇਵਕ ਲੈ ਤਰੰਗ ਕੋ ਮਿਲੈ। ਗੁਰੂ ਮਹਾਰਾਜ ਜੀ ਆਪ ਬੌਲੀ ਸਾਹਿਬ ਵਾਲੇ ਪਾਸੇ ਚਲੇ ਗਏ ਨੇ। ਘੋੜੇ ਨੂੰ ਨਾਲ ਲੈ ਲਿਆ ਹੈ। ਆਪਣੇ ਸੇਵਕ ਵੀ ਨਾਲ ਆ ਕੇ ਮਿਲ ਗਏ ਗੁਰੂ ਜੀ ਦੇ। ਨਹੀਂ ਅਰੁਦੈ ਦੀਨਾਨਾਥ, ਗਏ ਚਰਨ ਸੋ ਦੋਨੋਂ ਸਾਥ। ਗੁਰੂ ਮਹਾਰਾਜ ਜੀ ਘੋੜੇ ਤੇ ਸਵਾਰ ਨਹੀਂ ਹੋਏ, ਪਰ ਘੋੜੇ ਨੂੰ ਨਾਲ ਲੈ ਲਿਆ। ਨਾਲ ਪੈਦਲ ਚੱਲ ਕੇ ਬਾਬਾ ਸੁੰਦਰ ਜੀ ਤੇ ਬਾਬਾ ਚੰਦਮਲ ਜੀ ਨਾਲ ਜਾ ਰਹੇ ਹਨ। ਇਹਨਾਂ ਦੇ ਇੱਕ ਕਾ ਸੋ ਸੁੰਦਰ ਕਰ ਗਹਿਓ, ਚੰਦਮਾਲ ਸੰਗ ਬਾਕਨ ਕਹਿਓ। ਮਹਾਰਾਜ ਨੇ ਆਪਣੇ ਹੱਥ ਦੇ ਨਾਲ ਬਾਬਾ ਸੁੰਦਰ ਜੀ ਦਾ ਹੱਥ ਫੜ ਲਿਆ ਤੇ ਚੰਦਮਲ ਜੀ ਨੂੰ ਬਚਨ ਕਹਿਣ ਲੱਗੇ ਹਨ। ਸਾਹਿਬਜ਼ਾਦੇ ਪੰਚੋ ਆਏ, ਸੰਗ ਪਿਤਾ ਕੇ ਚਰਤ ਸੁਹਾਏ। ਪੰਜੇ ਸਾਹਿਬਜ਼ਾਦੇ ਜਿਹੜੇ ਨੇ ਉਹ ਆ ਗਏ ਨੇ। ਆਪਣੇ ਪਿਤਾ ਦੇ ਨਾਲ ਚੱਲਦੇ ਬੜੇ ਸੋਹਣੇ ਲੱਗ ਰਹੇ ਹਨ। ਸੰਗਤ ਜੁਤ ਤੈ ਕਰੋ ਸਨਾਨ, ਦੀਨ ਦਿਜਨ ਕੀ ਦੀਨ ਸਦਾਨ। ਸੰਗਤਾਂ ਨਾਲ ਮਿਲ ਕੇ ਉੱਥੇ ਬੌਲੀ ਸਾਹਿਬ ਵਿੱਚ ਇਸ਼ਨਾਨ ਕੀਤਾ ਤੇ ਉੱਥੇ ਗਰੀਬ ਲੋਕ ਆਏ ਜਿਹੜੇ ਮੰਗਤੇ ਸਨ, ਜਿਨ੍ਹਾਂ ਕੋਲ ਕੁਝ ਵੀ ਨਹੀਂ ਸੀ। ਮਹਾਰਾਜ ਨੇ ਉਹਨਾਂ ਨੂੰ ਫਿਰ ਦਾਨ ਦਿੱਤਾ, ਪੈਸੇ ਦੇ ਦਿੱਤੇ ਹਨ। ਸ੍ਰੀ ਗੁਰ ਦਿੱਤੇ ਪਿਤ ਸੋ ਕਹਿਓ, ਬਾਪੀ ਮਹਿਮਾ ਮੋਚਤ ਚਾਹਿਓ। ਗੁਰੂ ਜੀ ਦੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਕਹਿਣ ਲੱਗੇ, ਪਿਤਾ ਜੀ ਮੈਂ ਬੌਲੀ ਸਾਹਿਬ ਦੀ ਮਹਿਮਾ ਸੁਣਨੀ ਚਾਹੁੰਦਾ ਹਾਂ। ਬੌਲੀ ਸਾਹਿਬ ਦਾ ਇੰਨਾ ਮਹਾਤਮ ਕਿਉਂ ਆ? ਮੈਨੂੰ ਕਿਰਪਾ ਕਰਕੇ ਕਥਾ ਸੁਣਾਵੋ ਜੀ। ਕਰੋ ਸੁਣਾਵਣ ਜੈਸੀ ਹੈ, ਮਤ ਸੋ ਸ੍ਰੀ ਹਰਿ ਗੋਬਿੰਦ ਕਹੈ। ਫਿਰ ਕਹਿੰਦੇ ਉਸ ਤਰ੍ਹਾਂ ਹੀ ਸੁਣੋ ਜਿਵੇਂ ਇਹਦੀ ਮਹਿਮਾ ਹੈ ਪੁੱਤਰ ਜੀ। ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ, ਫਿਰ ਤ੍ਰਿਤੀਆ ਗੁਰੂ ਇਹ ਸਰਜਣ ਕਰੀ, ਹਮਰੇ ਵੱਡੇ ਸੇਵਾ ਕੋ ਧਰੀ। ਕਹਿੰਦੇ ਜਿਹੜੀ ਬੌਲੀ ਸਾਹਿਬ ਹੈ ਨਾ ਪੁੱਤਰ ਜੀ, ਇਹਨੂੰ ਤੀਸਰੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਣਾਇਆ ਹੈ। ਕਹਿੰਦੇ ਸਾਡੇ ਵੱਡਿਆਂ ਭਾਵ ਕਿ ਗੁਰੂ ਰਾਮਦਾਸ ਜੀ ਨੇ ਇਹਦੀ ਬਹੁਤ ਸੇਵਾ ਕੀਤੀ ਹੈ ਇਸ ਸਥਾਨ ਤੇ। ਜੋ ਪੂਰਨਮਾਸੀ ਇਹ ਮੰਜੈ, ਜਨਮ ਜਨਮ ਕੇ ਕਰਮਲ ਭੰਜੈ। ਕਹਿੰਦੇ ਜਿਹੜੇ ਵੀ ਮਨੁੱਖ ਇੱਥੇ ਆ ਕੇ ਸੱਚੇ ਦਿਲੋਂ ਗੁਰੂ ਨੂੰ ਯਾਦ ਕਰਦੇ ਨੇ, ਨਾਲੇ ਇਸ਼ਨਾਨ ਕਰਦੇ ਨੇ, ਉਹਨਾਂ ਦੇ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ। ਮਨ ਬਾਸਤ ਫਲ ਪ੍ਰਾਪਤ ਹੋਏ, ਸ੍ਰੀ ਗੁਰ ਅਮਰ ਸਿਮਰ ਔਰ ਸੋਏ। ਜਿਨ੍ਹਾਂ ਨੇ ਵੀ ਗੁਰੂ ਅਮਰਦਾਸ ਜੀ ਨੂੰ ਯਾਦ ਕੀਤਾ, ਉਹਨਾਂ ਨੂੰ ਮਨ ਦੇ ਵਿੱਚ ਇਸ਼ਟ ਫਲਾਂ ਦੀ ਪ੍ਰਾਪਤੀ ਹੋ ਗਈ ਹੈ। 84 ਕੀਨ ਸਪਾਨ, ਪਠੇ 84 ਜਪ ਕਰ ਇਸ਼ਨਾਨ। ਇਸ ਕਰਕੇ ਕਹਿੰਦੇ ਇਸ ਦੇ ਵਿੱਚ 84 ਪੌੜੀਆਂ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ, ਤੇ ਜਿਹੜਾ ਵੀ ਇਸ਼ਨਾਨ ਕਰਕੇ ਹਰ ਪੌੜੀ ਤੇ ਬੈਠ ਕੇ ਪਿਆਰ ਦੇ ਨਾਲ ਅੰਦਰੋਂ ਰੂਹ ਤੋਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰੇਗਾ। ਨਹੀਂ 84 ਪਾਵੈ ਜੀਵ, ਪ੍ਰਾਪਤ ਗੁਰ ਕੀ ਪੁਰੀ ਸਦੀਵ। ਉਹ ਮੁੜ ਕੇ 84 ਦੇ ਗੇੜ ਚੱਕਰ ਦੇ ਵਿੱਚ ਨਹੀਂ ਆਵੇਗਾ। ਇਸ ਕਰਕੇ ਉਹ ਜੂਨਾਂ ਦੇ ਵਿੱਚ ਨਹੀਂ ਆਵੇਗਾ, ਹੁਣ ਗੁਰੂਪੁਰੀ ਦੀ ਪ੍ਰਾਪਤੀ ਹੋ ਜਾਵੇਗੀ। ਇਮ ਕੈ ਪੁਨ ਦੋਨੋਂ ਸੰਗ ਕਹਿਓ, ਗੁਰ ਸਥਾਨ ਜਹ ਜਹ ਤੁਮ ਲਹਿਓ। ਇਵੇਂ ਬਾਬਾ ਗੁਰਦਿੱਤਾ ਜੀ ਨੂੰ ਆਖਿਆ, ਪੁੱਤਰ ਜੀ ਐਵੇਂ ਕਰਕੇ ਸਥਾਨ ਦੀ ਮਹਿਮਾ ਹੈ। ਤੇ ਬਾਬਾ ਸੁੰਦਰ ਤੇ ਚੰਦਮਲ ਜੀ ਨੂੰ ਮਹਾਰਾਜ ਕਹਿਣ ਲੱਗੇ, ਕਹਿੰਦੇ ਅਸੀਂ ਗੁਰੂ ਦੇ ਹੋਰ ਸਥਾਨਾਂ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ, ਸਾਨੂੰ ਉਹ ਜਗ੍ਹਾ ਤੇ ਲੈ ਚੱਲੋ। ਹੁਣ ਤਹਿ ਚਲ ਕਰ ਦਰਸ ਕਰਾਵੋ, ਜਿਮ ਜਮ ਭੈ ਪ੍ਰਸੰਗ ਸੁਣਾਵੋ। ਇੱਕ ਸਥਾਨ ਦੇ ਦਰਸ਼ਨ ਕਰਾਓ ਜਿੱਥੇ ਗੁਰੂ ਜੀ ਦੇ ਚਰਨ ਪਏ ਨੇ, ਤੇ ਨਾਲੇ ਉਹਨਾਂ ਦੇ ਇਤਿਹਾਸ ਬਾਰੇ ਵੀ ਸਾਨੂੰ ਦੱਸੋ ਜੀ। ਵੱਡ ਜਾਮਾ ਗੁਰ ਕੇ ਘਰ ਪਰਿਓ, ਖੜਗ ਬਸਾਲ ਗਾਤਰੇ ਧਰਿਓ। ਗੁਰੂ ਪਾਤਸ਼ਾਹ ਜੀ ਨੇ ਵੱਡਾ ਜਾਮਾ ਪਹਿਨਿਆ ਹੋਇਆ ਹੈ,
ਬਹੁਤ ਸੋਹਣੀ ਸ਼੍ਰੀ ਸਾਹਿਬ ਜਿਹੜੀ ਆ ਵੱਡੀ ਕਿਰਪਾ ਨੂੰ ਪਾਈ ਹੋਈ ਆ, ਗਾਤਰੇ ਸਹਿਤ ਪਹਿਣੀ ਹੋਈ ਬੜੀ ਸ਼ੋਭਾ ਪਾ ਰਹੀ ਹੈ। ਕੰਚਨ ਜਵਰ ਜਵਾਹਰ ਜਲੀ ਧਰਨ ਖੰਗ ਕਟ ਕਸਬੋ ਕਰੇ। ਜਿਹੜਾ ਕਿ ਸੋਨੇ ਤੇ ਹੀਰੇ ਜਵਾਹਰਾਤ ਨਾਲ ਜੜਿਆ ਹੋਇਆ ਗਾਤਰਾ ਹੈ, ਤੀਰਾਂ ਦੇ ਪੱਥੇ ਮਹਾਰਾਜ ਨੇ ਧਾਰਨ ਕੀਤੇ ਹੋਏ ਹਨ। ਵੇਖਣ ਤੀਖਣ ਤੀਰ ਨ ਭਰੈ ਤਨਕ ਕਠੋਰ ਵੱਡੇ ਕਰ ਧਰੈ। ਪੱਥੇ ਦੇ ਵਿੱਚ ਤਿੱਖੇ ਤਿੱਖੇ ਤੀਰ ਨੇ, ਜਿਨ੍ਹਾਂ ਦੇ ਮੂੰਹ ਮੱਛੀ ਦੇ ਵਰਗੇ ਨੇ, ਕਈਆਂ ਦੇ ਮੂੰਹ ਅੱਧੇ ਚੰਦ ਵਰਗੇ ਨੇ। ਇਵੇਂ ਇੱਕ ਵੱਡਾ ਸਾਰਾ ਧਨੁਖ ਮਹਾਰਾਜ ਦੇ ਹੱਥ ਵਿੱਚ ਧਾਰਨ ਕੀਤਾ ਹੋਇਆ ਸੀ। ਚਲੇ ਤਾਂ ਤੇ ਬੰਦਨ ਕੀਨ ਗਰੀ ਤੰਗ ਪੁਰ ਕੀ ਜੈ ਚੀਨ। ਗੁਰੂ ਅਸਥਾਨਾਂ ਦੇ ਦਰਸ਼ਨ ਕਰਨ ਲਈ ਕਦਮ ਕਦਮ ਗੁਰੂ ਜੀ ਜਾ ਰਹੇ ਨੇ, ਤਾਂ ਅੱਗੇ ਦੇਖਿਆ ਇੱਕ ਬਹੁਤ ਭੀੜੀ ਗਲੀ ਆ ਗਈ ਆ, ਤੰਗ ਗਲੀ ਆ ਨਗਰ ਦੇ ਵਿੱਚ। ਉੱਥੋਂ ਦੀ ਫਿਰ ਗੁਰੂ ਮਹਾਰਾਜ ਜੀ ਜਦੋਂ ਜਾ ਰਹੇ ਹਨ, ਗੁਰੂ ਬਾਤ ਕਰਤੇ ਤਹਿ ਚਾਲੇ ਸੁਣ ਆਵਦ ਧਰ ਹਰਖ ਵਸਾਲੇ। ਜਦੋਂ ਨਗਰ ਵਾਸੀਆਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਆਏ ਨੇ ਸਾਡੇ ਨਗਰ ਦੇ ਵਿੱਚ, ਤਾਂ ਉਹਨਾਂ ਵੀ ਆਉਣਾ ਕੀਤਾ ਹੈ। ਫਿਰ ਨਾਰੀ ਨਿਜ ਕਾਜ ਵਸਾਰੀ ਘਰ ਤਜ ਖਾਂਡੇ ਸਭ ਦਵਾਰੇ। ਇਸਤਰੀਆਂ ਨੇ ਜੋ ਕੰਮ ਕਰ ਰਹੀਆਂ ਸਨ ਘਰ ਵਿੱਚ, ਸਿੱਖ ਬੀਬੀਆਂ, ਉਹਨਾਂ ਕੰਮ ਹੀ ਛੱਡ ਦਿੱਤਾ। ਪੁਰਸ਼ਾਂ ਨੇ ਜੋ ਦਿਹਾੜੀ ਕਰ ਰਹੇ ਸਨ, ਦਿਹਾੜੀ ਛੱਡ ਦਿੱਤੀ। ਘਰ-ਬਾਰ ਛੱਡ ਕੇ ਗੁਰੂ ਦੇ ਦਰਸ਼ਨਾਂ ਵਾਸਤੇ ਬੂਹਿਆਂ ਵਿੱਚ ਆ ਕੇ ਖੜ ਗਏ ਹਨ। ਕਰੇ ਬਲੋਕਨ ਹੋਏ ਕਰ ਡੇਰੇ ਸੁੰਦਰ ਡੀਲ ਭਰੀ ਜੋ ਵਡੇਰੇ। ਨੇੜੇ ਹੋ ਕੇ ਐਸੇ ਮੀਰੀ ਪੀਰੀ ਦੇ ਮਾਲਕ ਜੀ ਨੂੰ ਤੱਕਿਆ, ਜਿਨ੍ਹਾਂ ਦੀ ਵੱਡੀ ਡੀਲ ਡੋਲ ਆ, ਉੱਚਾ ਲੰਮਾ ਕੱਦ ਹੈ, ਲੰਮੀਆਂ ਲੰਮੀਆਂ ਬਾਹਾਂ ਹਨ। ਸੁੰਦਰ ਚੰਦ ਮਲ ਰਸਰਾਤੇ ਜਿਤ ਚਲ ਬੋ ਤਿਤ ਪ੍ਰੇਰਤ ਜਾਤੇ। ਬਾਬਾ ਸੁੰਦਰ ਜੀ ਤੇ ਬਾਬਾ ਚੰਦਮਲ ਜੀ ਗੁਰੂ ਜੀ ਦੇ ਨਾਲ ਹਨ, ਜਿਹੜੇ ਪ੍ਰੇਮ ਦੇ ਵਿੱਚ ਰੰਗੇ ਹੋਏ ਕਦਮ ਕਦਮ ਗੁਰੂ ਦੇ ਪਿੱਛੇ ਪਿੱਛੇ ਚੱਲ ਰਹੇ ਹਨ। ਬੀਥਨ ਮੈਂ ਕਰ ਕਰ ਦਸ ਦੋ ਦਰਸਤ ਨਾਮੋ ਕਰਤ ਸਭ ਕੋ। ਉਹ ਗਲੀ ਬਹੁਤ ਤੰਗ ਸੀ, ਉੱਥੇ ਆਸੇ-ਪਾਸੇ ਘਰਾਂ ਦੇ ਲੋਕ ਖੜ ਗਏ ਨੇ, ਆ ਕੇ ਗੁਰੂ ਜੀ ਨੂੰ ਨਮਸਕਾਰ ਕਰਕੇ ਮੱਥਾ ਟੇਕਿਆ ਹੈ ਸਭ ਨੇ। ਤੇਰੀ ਗਲੀ ਚੇਤਕ ਤਹਿ ਆਈ ਗੁਰ ਜਾਮੂ ਦੇ ਦਸ ਲਗ ਜਾਈ। ਇਹ ਗਲੀ ਇੰਨੀ ਭੀੜੀ ਸੀ, ਮਹਾਰਾਜ ਜੀ ਦਾ ਜਿਹੜਾ ਜਾਮਾ ਸੀ ਜਦੋਂ ਤੁਰ ਰਹੇ ਸਨ ਤਾਂ ਦੋਨੋਂ ਪਾਸੋਂ ਕੰਧਾਂ ਦੇ ਨਾਲ ਕਹਿ ਰਿਹਾ ਸੀ। ਜਿੱਧਰ ਜਿੱਧਰ ਚੱਲਦੇ ਨਾਲ ਨਾਲ ਜਾਮਾ ਦੋਵੇਂ ਪਾਸੇ ਲੱਗ ਰਿਹਾ ਹੈ। ਜਨ ਕੈ ਦੀਲ ਸਰੋ ਸਰੀਰ ਵਡੇਰਾ ਪੁਨ ਜਾਮਾ ਬਹੁ ਪਾਲਣ ਕੇਰਾ। ਗੁਰੂ ਜੀ ਜਿਨ੍ਹਾਂ ਦੇ ਸਰੀਰ ਦੀ ਡੀਲ ਡੌਲ ਬਹੁਤ ਲੰਮੀ ਅਤੇ ਚੌੜੀ ਆ, ਜਾਮੇ ਨੂੰ ਬਹੁਤ ਸਾਰੇ ਪੱਲੇ ਲੱਗੇ ਹੋਏ ਹਨ ਸਾਹਿਬ ਜੀ ਦੇ। ਤੇਰੀ ਬਹੁਤ ਬੀਤ ਕਾ ਸੋਈ ਜਾਤੇ ਦੁਆਇ ਸਲਾਗਤ ਜੋਈ। ਜਿਹੜੀ ਗਲੀ ਵਿੱਚੋਂ ਲੰਘ ਰਹੇ ਨੇ ਉਹ ਬੜੀ ਭੀੜੀ ਆ, ਇਸ ਕਰਕੇ ਗੁਰੂ ਮਹਾਰਾਜ ਜੀ ਦੇ ਦੋਵੇਂ ਪਾਸੇ ਲੱਗ ਰਹੀ ਹੈ। ਤਬ ਸੁੰਦਰ ਨੇ ਬਾਕ ਬਖਾਨਾ ਇਹੋ ਗੁਰ ਰਾਮਦਾਸ ਉਦਪਾਨਾ। ਫਿਰ ਬਾਬਾ ਸੁੰਦਰ ਜੀ ਨੇ ਬਚਨ ਕੀਤਾ, ਕਹਿਣ ਲੱਗੇ ਆ ਦੇਖੋ ਗੁਰੂ ਮਹਾਰਾਜ ਜੀ, ਆ ਜਿਹੜੀ ਅੱਗੇ ਖੂਹੀ ਆ ਇਹ ਗੁਰੂ ਰਾਮਦਾਸ ਜੀ ਮਹਾਰਾਜ ਪਾਤਸ਼ਾਹ ਜੀ ਦੀ ਹੈ। ਤੈ ਚਰਨਾ ਮਿਤ ਲੈ ਕਰ ਚਾਲੈ ਦੇਖ ਚਪਾਰੇ ਪੁੰਨ ਬਸਾਲੇ। ਉਸ ਖੂਹੀ ਦਾ ਚੂਲੀ ਭਰ ਜਲ ਪੀਤਾ ਹੈ ਸਭ ਨੇ, ਚੂਲੀ ਚੂਲੀ ਭਰ ਕੇ ਅੱਗੇ ਗਏ ਨੇ। ਅੱਗੇ ਚੁਬਾਰਾ ਹੈ ਗੁਰੂ ਅਮਰਦਾਸ ਜੀ ਦਾ, ਕਹਿੰਦੇ ਆਓ ਆਪਾਂ ਉਹਦੇ ਦਰਸ਼ਨ ਕਰਦੇ ਹਾਂ ਹੁਣ। ਇੱਕ ਕਲਕਤੈ ਕੰਦ ਮੁਜਾਰਾ ਗੜਵਾਇਓ ਸ੍ਰੀ ਅਮਰ ਉਦਾਰਾ। ਉੱਥੇ ਚੁਬਾਰੇ ਵਿੱਚ ਦੇਖਿਆ ਇੱਕ ਕਿੱਲੀ ਸੀ ਕੰਧ ਦੇ ਵਿੱਚ ਲੱਗੀ ਹੋਈ, ਜਿਹਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਸੇ ਸਮੇਂ ਗੜਵਾਇਆ ਸੀ ਤੇ ਜਿਉਂ ਕੀ ਤਿਉਂ ਬਣੀ ਸੀ। ਫਿਰ ਉਹਦੇ ਬਾਰੇ ਦੱਸਣ ਲੱਗੇ ਹਨ। ਨਿਸ ਦਿਨ ਖਰੇ ਰਹਿਤ ਤਪ ਕਰਤੇ ਥਕਤ ਹੋਤ ਤਬ ਤਾਹੇ ਪਕਰਤੇ। ਬਾਬਾ ਸੁੰਦਰ ਜੀ ਕਹਿੰਦੇ ਆ ਜਿਹੜੀ ਕਿੱਲੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਨੇ ਲਗਵਾਈ ਸੀ, ਇਹਨੂੰ ਫੜ ਕੇ ਉਹ ਜਪ ਕਰਦੇ ਸਨ, ਦਿਨ ਰਾਤ ਬਾਣੀ ਪੜ੍ਹਦੇ ਸੀ ਇਕਾਗਰਤਾ ਦੇ ਨਾਲ। ਜਦੋਂ ਥੱਕ ਜਾਂਦੇ ਨਾ ਨੀਂਦ ਆਉਣ ਲੱਗਦੀ,
ਤਾਂ ਇਹਨੂੰ ਫੜ ਕੇ ਫਿਰ ਖੜ ਜਾਂਦੇ ਤੇ ਵਾਹਿਗੁਰੂ ਵਾਹਿਗੁਰੂ ਜਪਦੇ ਫਿਰ। ਸੋਤੇ ਅਦਕ ਬਰਕ ਬਹਿ ਤਨ ਕੀ ਦੇਹ ਜਾਜਰੀ ਭੂਤ ਸੋ ਜਨ ਕੀ। ਗੁਰੂ ਅਮਰਦਾਸ ਜੀ ਦੀ ਜਿਹੜੀ ਉਮਰ ਆ ਕਹਿੰਦੇ 100 ਤੋਂ ਉੱਪਰ ਹੋ ਗਈ ਸੀ, ਪਰ ਉਹਨਾਂ ਨੇ ਬੰਦਗੀ ਕਰਨੀ ਨਹੀਂ ਛੱਡੀ। ਬਹੁਤ ਵਡੇਪਾ ਆ ਗਿਆ ਸੀ। ਆ ਕਿੱਲੀ ਨੂੰ ਫੜ ਲੈਂਦੇ ਸਹਾਰਾ ਨਾਲ ਲੈ ਕੇ ਫਿਰ ਜਪਦੇ ਵਾਹਿਗੁਰੂ ਦਾ ਜਾਪ। ਤੋ ਪ੍ਰੀਤ ਜਨ ਤਪ ਮਾਹੀ ਰਹੀ ਰਸ ਪ੍ਰਸੰਨਤਾ ਨਿਸਫਲ ਨਾਹੀ। ਇਸ ਕਰਕੇ ਗੁਰੂ ਅਮਰਦਾਸ ਜੀ ਬੜੇ ਸ਼ਾਂਤ ਚਿੱਤ ਵਾਲੇ ਸਨ। ਸੁਭਾਅ ਉਹਨਾਂ ਦਾ ਬੜਾ ਮਿੱਠਾ ਨਿੱਘਾ ਸੀ। ਅਖੀਰਲੇ ਸਾਹ ਤੱਕ ਉਹਨਾਂ ਨੇ ਬੰਦਗੀ ਨਹੀਂ ਛੱਡੀ ਹੈ। ਨਮੋ ਕਰੀ ਦਰਸ਼ਨ ਕੋ ਹੀਰਤ ਪਨ ਸੁੰਦਰ ਸਤਮਲ ਕੈ ਪ੍ਰੇਰਤ। 100 ਸਾਲ ਤੋਂ ਉੱਪਰ ਹੋ ਗਏ, ਪਰ ਤਾਂ ਵੀ ਸਰੀਰ ਦਾ ਫਿਕਰ ਨਹੀਂ ਕੀਤਾ, ਬੰਦਗੀ ਕਰਦੇ ਰਹੇ। ਛੇਵੇਂ ਪਾਤਸ਼ਾਹ ਜੀ ਨੇ ਉਹ ਜਿਹੜੀ ਕਿੱਲੀ ਸੀ ਲੱਗੀ ਹੋਈ ਕੰਧ ਦੇ ਵਿੱਚ, ਇਹਨੂੰ ਫੜ ਕੇ ਉਹ ਜਪ ਕਰਦੇ ਸੀ। ਉਹਨੂੰ ਵੇਖ ਕੇ ਧੰਨ ਕਿਹਾ, ਨਮਸਕਾਰ ਕੀਤੀ। ਫਿਰ ਬਾਬਾ ਸੁੰਦਰ ਤੇ ਚੰਦਮਲ ਜੀ ਕਹਿਣ ਲੱਗੇ ਹਨ, ਸਾਹਿਬ ਜੀ ਸ੍ਰੀ ਗੁਰੂ ਰਾਮਦਾਸ ਗੁਰ ਆਈ ਇਸ ਤਲ ਬੈਠ ਦਈ ਸੁਖਦਾਈ। ਕਹਿੰਦੇ ਇੱਥੇ ਹੀ ਕਹਿੰਦੇ ਉਹ ਅਸਥਾਨ ਵੀ ਇਹੀ ਆ ਮਹਾਰਾਜ ਜੀ, ਜਿੱਥੇ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਬਣੇ ਸਨ। ਇਹੀ ਆਓ ਅਸਥਾਨ ਜਿੱਥੇ ਗੁਰੂ ਰਾਮਦਾਸ ਜੀ ਨੂੰ ਗੱਦੀ ਦਿੱਤੀ। ਇਹੀ ਆਓ ਅਸਥਾਨ ਕਰਮਾਂ ਵਾਲਾ, ਵੱਡੇ ਭਾਗਾਂ ਵਾਲਾ ਜੀ। ਤੈ ਦਰਸ਼ਨ ਕਰ ਅਦਕ ਨੰਦੇ ਸੋਵਲ ਜੋਰ ਹਾਥ ਬਹੁ ਬੰਦਾ। ਐਵੇਂ ਬਾਬਾ ਸੁੰਦਰ ਜੀ ਐਸੇ ਸੁੰਦਰ ਸੁੰਦਰ ਸਥਾਨਾਂ ਦੇ ਗੁਰੂ ਜੀ ਨੂੰ ਦਰਸ਼ਨ ਕਰਵਾ ਰਹੇ ਨੇ। ਗੁਰੂ ਜੀ ਜਿੱਥੇ ਵੀ ਕਿਹਾ ਜਾਂਦਾ ਸੀ ਵੀ ਇੱਥੇ ਗੁਰੂ ਜੀ ਬਹਿੰਦੇ ਸਨ, ਉਹ ਅਸਥਾਨ ਨੂੰ ਹੱਥ ਜੋੜਦੇ, ਸੀਸ ਝੁਕਾ ਦਿੰਦੇ ਹਨ। ਮਨ ਸੁੰਦਰ ਨੇ ਭਲਿਓ ਸੁਣਾਇਓ ਜਹਾਂ ਜਨਮ ਤੁਮਰੇ ਪਿਤ ਪਾਇਓ। ਫਿਰ ਬਾਬਾ ਸੁੰਦਰ ਜੀ ਕਹਿੰਦੇ ਪਾਤਸ਼ਾਹ ਜੀ ਆਓ ਹੁਣ ਉੱਥੇ ਚੱਲਦੇ ਆਂ ਜਿੱਥੇ ਤੁਹਾਡੇ ਪਿਤਾ ਜੀ ਦਾ ਪ੍ਰਕਾਸ਼ ਹੋਇਆ, ਗੁਰੂ ਅਰਜਨ ਦੇਵ ਜੀ ਦਾ। ਜਿਸ ਥਲ ਕੀ ਅਬ ਦਰਸ਼ਨ ਕਰੀਏ ਇਹੋ ਪੁਰ ਆਪਣੋ ਪ੍ਰਥਮ ਬਚਰੀਏ। ਗੁਰੂ ਜੀ ਇਹ ਸਥਾਨ ਨੂੰ ਬਗਾਨਾ ਨਾ ਸਮਝੋ, ਇਹ ਨਗਰ ਨੂੰ ਓਪਰਾ ਨਾ ਜਾਣੋ, ਇਹਨੂੰ ਆਪਦਾ ਹੀ ਸਮਝੋ। ਆਓ ਮੈਂ ਹੁਣ ਤੁਹਾਨੂੰ ਅੱਗੇ ਲੈ ਕੇ ਚੱਲਦਾ ਹਾਂ। ਰਾਏ ਬੇਰ ਚਬੇਲੀ ਕੇਰ ਲਿਆਇਓ ਮਾਲੀ ਫੂਲ ਕਨੇਰ। ਉੱਥੋਂ ਇੱਕ ਮਾਲੀ ਨੂੰ ਬੁਲਾਇਆ ਗੁਰੂ ਮਹਾਰਾਜ ਨੇ, ਤੇ ਮਾਲੀ ਨੂੰ ਬਹੁਤ ਸਾਰੇ ਪੈਸੇ ਦੇ ਦਿੱਤੇ ਨੇ ਤੇ ਆਖਿਆ ਤੁਸੀਂ ਰਵੇਲ ਦੇ ਚੰਬੇਲੀ ਦੇ ਫੁੱਲ ਲੈ ਕੇ ਆਵੋ। ਮਾਲੀ ਬਹੁਤ ਖੁਸ਼ ਹੋਇਆ ਇੰਨਾ ਧਨ ਪਾ ਕੇ। ਫਿਰ ਹੋਏ ਪ੍ਰਸੰਨ ਬਖਸ਼ਿਓ ਬਹੁ ਦਰਬਾ ਲੈ ਸਭ ਥਲ ਪਰ ਅਰਪੈ ਸਰਬਾ। ਉਹ ਸਾਰੇ ਫੁੱਲ ਲੈ ਕੇ ਗੁਰੂ ਮਹਾਰਾਜ ਨੇ ਤੇ ਆਪਣੇ ਗੁਰੂ ਪਿਤਾ ਜੀ ਦੇ ਅਸਥਾਨ ਵੱਲ ਜਾ ਕੇ ਅਰਪਣ ਕੀਤੇ ਹਨ। ਪਿਤਾ ਜਨਮ ਕੇ ਸੋ ਥਲ ਨਿਹਾਰਾ ਬੰਧਨ ਕੀਨ ਪਏ ਮੁਖੋ ਧਾਰਾ। ਆਪਣੇ ਪਿਤਾ ਜੀ ਦੇ ਜਨਮ ਸਥਾਨ ਨੂੰ ਵੇਖਿਆ, ਬੜਾ ਪ੍ਰੇਮ ਧਾਰ ਕੇ ਬੰਦਨਾ ਕੀਤੀ ਹੈ। ਫਿਰ ਗਨ ਫੁੱਲਨ ਕੇ ਭਰ ਕਰ ਅੰਜਲ ਅਰਪਣ ਕਰੇ ਵਿਸ਼ਤ ਬਰ ਮੰਜਲ। ਫੁੱਲਾਂ ਦੇ ਬੁੱਕ ਭਰ ਭਰ ਕੇ ਜਿਹੜੇ ਲਾਲ ਰੰਗ ਦੇ ਸਫੇਦ ਰੰਗ ਦੇ ਨੇ ਗੁਰੂ ਜੀ ਨੂੰ ਭੇਟਾ ਕੀਤੇ ਗਏ ਹਨ। ਫਿਰ ਫੁੱਲਨ ਮਾਰ ਲਈ ਜੋ ਚੜਾਈ ਚੰਦ ਮਲ ਗੁਰ ਕਰ ਪਹਿਰਾਈ। ਇੱਕ ਫੁੱਲਾਂ ਦੀ ਮਾਲਾ ਬਣਾਈ ਆ ਚੰਦਮਲ ਜੀ ਨੇ, ਬਹੁਤ ਖੁਸ਼ਬੂਦਾਰ ਫੁੱਲ ਨੇ। ਗੁਰੂ ਮਹਾਰਾਜ ਜੀ ਦੇ ਗਲ ਵਿੱਚ ਪਾ ਦਿੱਤੀ ਬੜੇ ਅਦਬ ਦੇ ਸਹਿਤ। ਦਸਤੇ ਬਦੀ ਅਦ ਹੀ ਸੋਭਾ ਪਿਕ ਕਰ ਕਿਸ ਕੀ ਨਹੀਂ ਮਨ ਲੋਭਾ। ਇਹ ਮਾਲਾ ਜਦੋਂ ਪਾਈ ਆ ਗੁਰੂ ਜੀ ਦਾ ਸਰੂਪ ਹੋਰ ਵੀ ਸੋਹਣਾ ਹੋ ਗਿਆ। ਇਹ ਵੇਖ ਕੇ ਸਾਰਿਆਂ ਦੇ ਮਨ ਫੁੱਲਾਂ ਦੇ ਵਾਂਗ ਖਿੜ ਗਏ ਹਨ। ਮਨ ਮੋਹਨ ਕੋ ਗੈ ਚਵਾਰੇ ਸੁੰਦਰ ਬੰਧਨ ਕਰਤੋ ਚਾਰੇ। ਬਾਬਾ ਸੁੰਦਰ ਜੀ ਕਹਿੰਦੇ ਆਓ ਜੀ ਗੁਰੂ ਜੀ, ਹੁਣ ਤੁਹਾਨੂੰ ਬਾਬਾ ਮੋਹਨ ਜੀ ਦੇ ਚੁਬਾਰੇ ਵਿੱਚ ਲੈ ਕੇ ਚੱਲਦੇ ਹਾਂ। ਸ੍ਰੀ ਅਰਜਨ ਜੀ ਇਸ ਥਲ ਆਏ ਲੈ ਬੈ ਗੁਰਬਾਣੀ ਸਮੁਦਾਏ। ਕਹਿੰਦੇ ਜਦੋਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪਾਦਨਾ ਕਰਨੀ ਸੀ, ਸਾਰੀ ਬਾਣੀ ਭਾਵ ਕਿ ਗੁਰੂਆਂ ਦੀ ਇਕੱਠੀ ਕਰਨੀ ਸੀ, ਉਦੋਂ ਇਸੇ ਚੁਬਾਰੇ ਵਿੱਚ ਹੀ ਆਏ ਸੀ।
ਤੇ ਇੱਥੋਂ ਗੁਰਬਾਣੀ ਦੀਆਂ ਪੋਥੀਆਂ ਲਈਆਂ ਬਾਬਾ ਮੋਹਨ ਜੀ ਤੋਂ ਆ ਕੇ ਉਹਨਾਂ ਨੇ। ਮੋਹਨ ਤੇਰੇ ਉੱਚੇ ਮੰਦਰ, ਗੌਰੀ ਸੰਤ ਉਚਾਰਿਓ ਸੁੰਦਰ। ਬਾਬਾ ਮੋਹਨ ਜੀ ਕਿਸੇ ਨੂੰ ਪੋਥੀਆਂ ਦੇ ਨਹੀਂ ਸੀ ਰਹੇ। ਪਹਿਲਾਂ ਬਹੁਤ ਸਾਰੇ ਸਿੱਖ ਆਏ, ਉਹਨਾਂ ਨੂੰ ਮੋੜ ਦਿੱਤਾ। ਫਿਰ ਗੁਰੂ ਅਰਜਨ ਦੇਵ ਜੀ ਆਪ ਆਏ ਤੇ ਉਹਨਾਂ ਨੇ ਇੱਥੇ ਬਹਿ ਕੇ ਇੱਕ ਸ਼ਬਦ ਉਚਾਰਿਆ ਸੀ ਗੌੜੀ ਰਾਗ ਦੇ ਵਿੱਚ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਬਹੁਤ ਸੋਹਣਾ ਸ਼ਬਦ ਹੈ। ਕਹਿੰਦੇ ਇੱਥੇ ਬਹਿ ਕੇ ਉਚਾਰਿਆ, ਉਸਤਤ ਕੀਤੀ ਬਾਬਾ ਮੋਹਨ ਜੀ ਦੀ ਜਦੋਂ ਫਿਰ। ਸ੍ਰੀ ਹਰਿ ਗੋਬਿੰਦ ਤਬ ਵਸਕਾਏ, ਕਥਾ ਬਦਨ ਕੀ ਸੁਣ ਹਰ ਖਾਏ। ਕਹਿੰਦੇ ਉਦੋਂ ਫਿਰ ਬਾਬਾ ਮੋਹਨ ਜੀ ਨੇ ਉਹਨਾਂ ਨੂੰ ਪ੍ਰੇਮ ਦੇ ਨਾਲ ਪੋਥੀਆਂ ਦੇ ਦਿੱਤੀਆਂ। ਆਖਿਆ ਇਹ ਪੋਥੀਆਂ ਦੇ ਤੁਸੀਂ ਕਾਬਲ ਹੋ, ਜੇ ਮੈਂ ਆਪਦੇ ਕੋਲ ਵੀ ਰੱਖ ਲਈਆਂ ਤਾਂ ਅੱਗੇ ਬਾਣੀ ਵਧੇਗੀ ਨਹੀਂ, ਜੇ ਤੁਹਾਡੇ ਕੋਲ ਰਹਿ ਗਈ ਤਾਂ ਵਧੇਗੀ ਬਹੁਤ ਜੁਗਾਂ ਜੁਗਾਂ ਤੱਕ। ਇਸ ਕਰਕੇ ਕਹਿੰਦੇ ਇੱਥੋਂ ਹੀ ਪੋਥੀਆਂ ਲੈ ਕੇ ਗੁਰੂ ਅਰਜਨ ਦੇਵ ਜੀ ਗਏ। ਇਹੀ ਚੁਬਾਰਾ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੱਸ ਪਏ, ਮੁਸਕਰਾ ਕੇ ਕਹਿਣ ਲੱਗੇ ਹਨ, ਸੁੰਦਰ ਤਨ ਸਦਾ ਤੁਮ ਆਹੋ, ਕਥਾ ਗੁਰਨ ਕੀ ਸਗਰੀ ਲਹੋ। ਕਹਿੰਦੇ ਤੁਸੀਂ ਜੀ ਬਹੁਤ ਧਨ ਹੋ ਬਾਬਾ ਸੁੰਦਰ ਜੀ। ਕਾਰਨ ਕੀ ਆ? ਤੁਸੀਂ ਵੱਡਿਆਂ ਦੀ ਕਥਾ ਯਾਦ ਰੱਖੀ ਆ। ਨਹੀਂ ਬਹੁਤ ਲੋਕ ਨੇ ਜਿਹੜੇ ਕਿ ਆਪਦੇ ਪੂਰਵਜਾਂ ਦੀ ਕਥਾ ਨੂੰ ਭੁੱਲ ਹੀ ਜਾਂਦੇ ਆ, ਪਰ ਤੁਸਾਂ ਯਾਦ ਰੱਖੀ ਤੇ ਅੱਜ ਸੁਣਾਈ ਆ। ਜੇ ਇਤਿਹਾਸ ਯਾਦ ਸੀ ਤਾਂ ਸਾਨੂੰ ਕਿਹਾ ਹੈ, ਧੰਨ ਹੋ ਤੁਸੀਂ ਜੀ। ਅਪਰ ਸਥਾਨ ਮਨ ਨੇ ਜੋਏ, ਕਰ ਬਾਬੂ ਦਰਸ਼ਨ ਅਬ ਸੋਏ। ਏ ਬਾਬਾ ਸੁੰਦਰ ਜੀ, ਧੰਨ ਆ ਤੁਹਾਡੀ ਕਮਾਈ, ਜਿਨ੍ਹਾਂ ਨੂੰ ਗੁਰੂਆਂ ਦਾ ਇਤਿਹਾਸ ਯਾਦ ਆ, ਗੁਰੂਆਂ ਦੀ ਕਥਾ ਯਾਦ ਆ। ਹੋਰ ਵੀ ਜਿੰਨੇ ਪੂਜਨਿਕ ਸਥਾਨ ਨੇ, ਮੈਨੂੰ ਲੈ ਚੱਲੋ ਉੱਥੇ ਦਰਸ਼ਨ ਕਰਵਾ ਦਿਓ ਜੀ ਕਿਰਪਾ ਕਰਕੇ। ਸੁੰਦਰ ਬੰਦਤ ਹਾਥ ਬਖਾਨਾ, ਤੀਨ ਦੋਹਰੇ ਪਹਿਰ ਸਥਾਨਾ। ਬਾਬਾ ਸੁੰਦਰ ਜੀ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਸਭ ਤੁਹਾਡਾ ਹੀ ਆ। ਜਿਹੜੀ ਅਕਲ ਦੇ ਨਾਲ ਮੈਂ ਇਤਿਹਾਸ ਕਿਹਾ ਇਹ ਤੁਹਾਡੀ ਬਖਸ਼ੀ ਆ। ਕਹਿੰਦੇ ਹੋਰ ਸਥਾਨ ਨੇ, 3 ਦਿਉਰੇ ਨੇ, ਹੋਰ ਉਹ ਬਾਹਰਲੇ ਸਥਾਨਾਂ ਵਿੱਚ ਬਣੇ ਹੋਏ ਨੇ, ਉੱਥੇ ਵੀ ਆਪਾਂ ਚੱਲਦੇ ਹਾਂ ਹੁਣ। ਤਨ ਕੋ ਪੀ ਦਰਸ਼ਨ ਕਰ ਲੀਜੇ, ਯਾਤਰਾ ਸਫਲ ਪੜਨ ਕੀ ਕੀਜੇ। ਕਹਿੰਦੇ ਫੇਰ ਹੀ ਤੁਹਾਡਾ ਆਉਣਾ ਸਫਲ ਹੋਵੇਗਾ ਨਾ, ਜਦੋਂ ਵੱਡਿਆਂ ਦੇ ਸਥਾਨਾਂ ਦੇ ਦਰਸ਼ਨ ਕਰੋਗੇ ਪਾਤਸ਼ਾਹ ਜੀ। ਹੁਣ ਸਤਿਗੁਰ ਬੈਠੇ ਕਥਾਏ, ਤਿਆਰੀ ਹੈ ਤਕ ਟੰਬ ਸਮੁਦਾਏ। ਇਹ ਸੁਣ ਕੇ ਫਿਰ ਸਤਿਗੁਰੂ ਨੇ ਤੇ ਗੁਰੂ ਮਹਾਰਾਜ ਜੀ ਦੇ ਪਰਿਵਾਰ ਨੇ ਅੱਗੇ ਚੱਲਣ ਦੀਆਂ ਤਿਆਰੀਆਂ ਕੀਤੀਆਂ ਤੇ ਇੱਕ ਥਾਂ ਤੇ ਬੈਠ ਗਏ ਹਨ ਆਪ ਜੀ। ਜੇ ਸਰਬ ਹੀ ਬਹੁ ਨਰ ਸਾਥ, ਤ੍ਰਿਪਤੀ ਨੈ ਦਰਸੀ ਗੁਰਨਾਥ। ਫਿਰ ਗੁਰੂ ਪਾਤਸ਼ਾਹ ਜੀ ਇੱਕ ਥਾਂ ਤੇ ਸਜੇ ਨੇ। ਜਿਹੜੀਆਂ ਸੰਗਤਾਂ ਪਿੱਛੇ ਆ ਰਹੀਆਂ ਸਨ ਉਹਨਾਂ ਨੇ ਆ ਕੇ ਮੱਥਾ ਟੇਕਿਆ। ਕਹਿਣ ਲੱਗੇ ਨੇ ਕਵੀ ਜੀ, ਕਹਿੰਦੇ ਗੁਰੂ ਜੀ ਇੰਨੇ ਸੋਹਣੇ ਲੱਗ ਰਹੇ ਸਨ ਕਿ ਉਹਨਾਂ ਦੇ ਦਰਸ਼ਨ ਕਰ ਕਰਕੇ ਰੱਜ ਨਹੀਂ ਸੀ ਆ ਰਿਹਾ। ਜਿਹੜਾ ਵੀ ਵੇਖਦਾ ਸੀ ਉਹ ਕਹਿੰਦਾ ਸੀ ਮੈਂ ਵੇਖੀ ਚੱਲਾਂ ਦਰਸ਼ਨ ਕਰੀ ਚੱਲਾਂ। ਇਸ ਕਰਕੇ ਐਸੇ ਮਾਲਕ ਜੀ ਤੇ ਬਾਬਾ ਸੁੰਦਰ ਜੀ ਤੇ ਬਾਬਾ ਚੰਦਮਲ ਜੀ ਵੱਡੇ ਭਾਗ ਨੇ ਇਹਨਾਂ ਦੇ, ਜਿਨ੍ਹਾਂ ਨੇ ਗੁਰੂ ਜੀ ਨੂੰ ਸੁੰਦਰ ਸੁੰਦਰ ਦਰਸ਼ਨ ਕਰਵਾਏ ਤੇ ਨਾਲ ਇਤਿਹਾਸ ਵੀ ਦੱਸਿਆ। ਸੋ ਇੱਥੇ ਮਹਾਰਾਜ ਨੇ ਆਪ ਹੀ ਆਖਿਆ, ਉਹਨਾਂ ਦੇ ਵੱਡੇ ਭਾਗ ਨੇ ਭਾਈ ਜਿਹੜੇ ਗੁਰੂ ਦੇ ਇਤਿਹਾਸ ਨੂੰ ਸੁਣਦੇ ਨੇ, ਜਿਹੜੇ ਗੁਰੂ ਦੇ ਇਤਿਹਾਸ ਨੂੰ ਸੁਣ ਕੇ ਅੱਗੇ ਸੁਣਾਉਂਦੇ ਨੇ, ਉਹਨਾਂ ਦੇ ਵੱਡੇ ਭਾਗ ਨੇ। ਜੇ ਤੁਹਾਨੂੰ ਗੁਰੂ ਦਾ ਇਤਿਹਾਸ ਯਾਦ ਹੋਊਗਾ ਤਾਂ ਤੁਸੀਂ ਆਪਦੇ ਬੱਚਿਆਂ ਨੂੰ, ਪੋਤਿਆਂ ਨੂੰ ਸੁਣਾ ਸਕਦੇ ਹੋ, ਪੁੱਤਰਾਂ ਨੂੰ ਸੁਣਾ ਸਕਦੇ ਹੋ, ਧੀਆਂ ਨੂੰ ਸੁਣਾ ਸਕਦੇ ਹੋ, ਦੋਹਤਿਆਂ ਨੂੰ ਸੁਣਾ ਸਕਦੇ ਹੋ, ਦੋਹਤੀਆਂ ਨੂੰ ਸੁਣਾ ਸਕਦੇ ਹੋ। ਜੇ ਤੁਹਾਨੂੰ ਹੀ ਨਹੀਂ ਪਤਾ ਕੁਝ ਤੁਸੀਂ ਕੀ ਕਰੋਗੇ? ਇਵੇਂ ਇਤਿਹਾਸ ਨੂੰ ਯਾਦ ਰੱਖਣਾ ਤੇ ਅੱਗੇ ਉਹਨੂੰ ਸੁਣਾਉਣ ਦੀ ਇਹ ਬੰਦੇ ਵਿੱਚ ਤਾਜ਼ਗੀ ਤੇ ਖੁੱਲ੍ਹ ਦਿਲੀ ਹੋਣੀ ਚਾਹੀਦੀ ਆ। ਇਹ ਮਹਾਰਾਜ ਨੇ ਸਾਨੂੰ ਦੱਸਿਆ ਹੈ। ਸੋ ਐਸੇ ਵੱਡੇ ਭਾਗ ਹਨ ਬਾਬਾ ਸੁੰਦਰ ਜੀ ਦੇ ਤੇ ਜਿਨ੍ਹਾਂ ਨੇ ਗੁਰੂ ਮਹਾਰਾਜ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ। ਇੱਥੇ ਹੀ ਕਵੀ ਜੀ ਪ੍ਰਸੰਗ ਦੀ ਸਮਾਪਤੀ ਕਰ ਦਿੰਦੇ ਹਨ। ਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਤੇ ਅੱਗੇ ਗੁਰੂ ਸਾਹਿਬ ਜੀ ਗੋਇੰਦਵਾਲ ਸਾਹਿਬ ਤੋਂ ਹੁੰਦੇ ਹੋਏ ਕਰਤਾਰਪੁਰ ਸਾਹਿਬ ਕਿਵੇਂ ਜਾਂਦੇ ਨੇ, ਇਹ ਵਾਲਾ ਪ੍ਰਸੰਗ ਕੱਲ ਨੂੰ ਆਵੇਗਾ।
ਜਿਵੇਂ ਗੁਰੂ ਕਹਾਵੇਗਾ, ਜਿਵੇਂ ਗੁਰੂ ਬੁਲਾਵੇਗਾ, ਤਿਵੇਂ ਹੀ ਸਾਂਝ ਪਾਈ ਜਾਵੇਗੀ। ਇੰਨੀਆਂ ਕੁ ਬੇਨਤੀਆਂ ਨੂੰ ਕਰੋ ਪ੍ਰਵਾਨ। ਭੁੱਲ ਚੁੱਕ ਦੀ ਖਿਮਾ। ਗੁਰੂ ਜੀ ਦੀ ਸ਼ਾਨ ਬਹੁਤ ਉੱਚੀ ਅਤੇ ਸੁੱਚੀ ਹੈ ਜੀ। ਬੋਲਦਿਆਂ ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਪਿਆਰੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਅੱਗੇ ਵਾਸਤੇ ਅਸੀਸ ਬਖਸ਼ਣੀ। ਅਖੀਰਲੀਆਂ ਪੰਕਤੀਆਂ ਪੜ੍ਹੀਏ, ਪਿਆਰ ਦੇ ਨਾਲ ਸਮਾਪਤੀ ਕਰੀਏ ਜੀ। ਸੁਣ ਸਤਿਗੁਰ ਬੈਠੇ ਇਕ ਥਾਏ, ਪਿਆਰੀ ਹਿਤ ਕੁਟੰਬ ਸਮੁਦਾਇ। ਤੇਰੇ ਸਰਬ ਹੀ ਬਹੁ ਨਰ ਸਾਥ, ਤ੍ਰਿਪਤੀ ਨਹਿ ਦਰਸ਼ੇ ਗੁਰ ਨਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।